सतनाम श्री वाहिगुरु साहिब जीओ। जेता समुंद सागर नीर भरिया, तेते औगण हमारे। दया करो किछ मेरो पावो, डुबदे पत्थर तारे। जियड़ा गन बराबर दबै, भीतर वगै घाती। प्रणवत नानक हुक्म पछाणै, सुख होवै दिन राती। प्रणवत नानक हुक्म पछाणै, सुख होवै दिन राती। सतगुरु गुरु ग्रंथ ਸਾਹਿਬ ਮਹਾਰਾਜ ਜੀ ਦੇ पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और स्वासां नूं सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करिए। आप संगत ने जो हुण तक लड़ीवार शब्द विचार कथा गुरबाणी सरवण कीती आ, वो विचार इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे कृपालू दयालु बख्शिश रहमत करन वाले सतगुरु जी रोहेले नगर दे विच ब्यासा नदी दे किनारे सतगुरु जी किला उसार रहे सन। ते अब्दुल खान जलंधर दा जिहड़ा सूबेदार है, वो चंदू पापी दे पुत्र करमचंद दे कहण ते रोहेले नगर दा घेरड़ जिहड़ा सतगुरु जी ने दुष्ट पापी सूर दिता सी सिखां तो कहा के, उहदा पुत्र एक करमचंद ते रतन चंद दोने जाने सतगुरु जी दे चढ़ाई करके जलंधर दे सूबेदार अब्दुल खान नूं लैके 15,000 दी फौज दे नाल ते काफी बड़ा जंग युद्ध मचिया। उत्थे 15,000 दी फौज 8 टोलियां विच वंड दित्ती गई ते इधरों सतगुरु जी ने वे 8 टोले अपने सिखां दी फौज वंडी बनाई ते कहंदे काफी जंग युद्ध जदों मचिया, बहुत सारे पापी तुरक मार दिते गए ने ते इधरों सतगुरु दे सिख भी काफी शहीद होए ने। उस वेले इदां दा जंग युद्ध मचिया कि दोनों पासियां तो एहो जी लड़ाई मची, दोनों पासियां तो काफी सिख इधरों सतगुरु दे शहीद हो गए, उधरों तुरकां दे जिहड़े सैनिक योधे महाबली सूरे सन वो शहीद हो जाना कीते। ते सतगुरु जी दे सिखां ने 15,000 दी फौज दे विचों कुछ फौज शहीद कर दित्ती, मार दित्ती है। ते हुण कुछ क रह गए ने। हुण अब्दुल खान दा पुत्र एक करीम बख्श, रहीम बख्श ने विचार की, कहन लगा
ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਮਾਰ ਕੇ ਵੱਡੀ ਫਤਿਹ ਪ੍ਰਾਪਤ ਕਰਾਂਗੇ। ਸਤਿਗੁਰ ਦੇ ਸਿੱਖ ਕਾਫੀ ਥੋੜੇ ਰਹਿ ਗਏ ਨੇ। ਕਰੀਮ ਬਖਸ਼ ਨੇ ਵਿਚਾਰ ਬਣਾਈ ਕਿ ਵੱਡਾ ਹੱਲਾ ਲੈ ਕੇ ਵੱਡੀ ਫੌਜ ਪ੍ਰਾਪਤ ਕਰਕੇ ਸਤਿਗੁਰ ਦੇ ਸਿੱਖਾਂ ਨੂੰ ਮਾਰ ਦੇਵਾਂ। ਉਸ ਵੇਲੇ ਨਵਾਬ ਅਬਦੁਲ ਖਾਨ ਦਾ ਪੁੱਤਰ ਕਰੀਮ ਬਖਸ਼, ਉਹਨੇ ਬਹੁਤ ਜੋਸ਼ ਦੇ ਨਾਲ ਵਿਚਾਰ ਕੀਤੀ। ਆਪਣੇ ਸਾਥੀਆਂ ਨੂੰ, ਆਪਣੀ ਸੈਨਾ ਨੂੰ ਲਿਜਾ ਕੇ ਸਤਿਗੁਰ ਦੇ ਸਿੱਖਾਂ ਦੇ ਟੁੱਟ ਕੇ ਪੈ ਗਏ ਨੇ। ਕਿਉਂ ਪੈ ਗਏ ਟੁੱਟ ਕੇ? ਜਿਵੇਂ ਕਹਿੰਦੇ ਭੁੱਖਾ ਬਾਜ ਆਪਣੇ ਸ਼ਿਕਾਰੀ ਦੇ ਉੱਤੇ ਪੈਂਦਾ ਏ। ਇਹ ਕਹਿ ਲੋ ਕਿ ਜਿਵੇਂ ਛੇਰ ਟੁੱਟ ਕੇ ਹਰਨਾਂ ਦੇ ਝੁੰਡ ਦੇ ਉੱਤੇ ਪੈਂਦਾ ਏ। ਤੇ ਉਸ ਵੇਲੇ ਇਦਾਂ ਦੀ ਵਿਚਾਰ ਵਰਨਾ ਕੀਤੀ। ਕਹਿੰਦੇ ਵੱਡਾ ਜੰਗ ਜੁੱਧ ਫੇਰ ਭਖਣਾ ਕੀਤਾ ਏ। ਕਮਸਾਨ ਦਾ ਜੁੱਧ ਪੈਦਾ ਹੋਇਆ ਤੇ ਸਤਿਗੁਰੂ ਜੀ ਦੇ ਜਿਹੜੇ ਸਿੱਖ ਯੋਧੇ ਸਨ, ਪਰਸਰਾਮ ਤੇ ਸਤਿਗੁਰ ਦਾ ਸਿੱਖ, ਉਹ ਵੀ ਜੰਗ ਜੁੱਧ ਦੇ ਵਿੱਚ ਜੁਝਦਾ ਹੋਇਆ ਵੱਡੀ ਪ੍ਰਾਪਤੀ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਏ ਨੇ। ਤੇ ਇਧਰੋਂ ਬਾਬਾ ਵਿਧੀ ਚੰਦ ਜੀ ਵਰਗੇ ਗੁਰੂ ਦੇ ਸਤਿਗੁਰ ਅਨੰਨ ਪਿਆਰੇ ਸੇਵਕ ਮਹਾਬਲੀ ਯੋਧੇ, ਉਹ ਵੀ ਜੰਗ ਵਿੱਚ ਨਿਤਰੇ ਨੇ। ਤੇ ਕਾਫੀ ਹੱਦ ਤੱਕ ਸਿੱਖਾਂ ਨੇ ਪਾਪੀਆਂ ਦੀ ਫੌਜ ਇਹ ਜਿਹੜੀ ਚੜ੍ਹਾਈ ਕਰਕੇ ਦੁਬਾਰਾ ਆਈ ਸੀ, ਇਹਨਾਂ ਨੂੰ ਮਾਰ ਦਿੱਤਾ। ਤੇ ਬਾਬਾ ਵਿਧੀ ਚੰਦ ਜੀ ਘੋੜੇ ਤੇ ਸਵਾਰ ਹੋ ਕੇ ਸ਼ਸਤਰ ਧਾਰਨ ਕਰਕੇ ਜਦੋਂ ਆਏ ਨੇ ਤੇ ਕਰੀਮ ਬਖਸ਼ ਦਾ ਕਹਿੰਦੇ ਬਾਬਾ ਵਿਧੀ ਚੰਦ ਜੀ ਦੇ ਨਾਲ ਆਮੋ ਸਾਹਮਣਾ ਹੋਇਆ। ਦੋਨੋਂ ਜੰਗ ਮੈਦਾਨ ਦੇ ਵਿੱਚ ਆਪੋ ਆਪਣੇ ਜਿੰਨਾ ਕੋ ਉਹਨਾਂ ਨੇ ਗਿਆਨ ਧਾਰਨ ਕੀਤਾ ਸ਼ਸਤਰਾਂ ਪ੍ਰਤੀ, ਜੰਗ ਯੁੱਧ ਦੇ ਵਿੱਚ ਦਾ ਪੇਚ ਸਿੱਖੇ ਨੇ, ਉਹਨਾਂ ਮੁਤਾਬਕ ਕਹਿੰਦੇ ਆਪੋ ਆਪਣੀ ਕੋਸ਼ਿਸ਼ ਕਰ ਰਹੇ ਨੇ, ਆਪੋ ਆਪਣੀ ਵਿਚਾਰ ਕਰਦੇ ਨੇ ਕਿ ਅਸੀਂ ਜੰਗ ਮੈਦਾਨ ਵਿੱਚੋਂ ਜਿੱਤ ਪ੍ਰਾਪਤ ਕਰੀਏ। ਬੜਾ ਕਰੀਮ ਬਖਸ਼ ਨੇ ਜ਼ੋਰ ਲਾਇਆ, ਬੜੇ ਉਹਨੇ ਜ਼ੋਰ ਵਿਖਾਏ। ਘੋੜੇ ਨੂੰ ਕਦਵਾਉਂਦਾ ਹੋਇਆ ਕਦੇ ਕਿੱਧਰ ਜਾ ਰਿਹਾ, ਕਦੇ ਕਿੱਧਰ ਜਾ ਰਿਹਾ, ਆਪਣਾ ਬਚਾਅ ਕਰ ਰਿਹਾ। ਤੇ ਦੂਜੇ ਪਾਸੇ ਬਾਬਾ ਵਿਧੀ ਚੰਦ ਦੇ ਉੱਤੇ ਹਮਲਾ ਵੀ ਕਰ ਰਿਹਾ। ਤੇ ਉਸ ਵੇਲੇ ਜਦੋਂ ਕਹਿੰਦੇ ਆਮੋ ਸਾਹਮਣੇ ਆਪੋਜਿਟ ਦੋਨੋਂ ਜਣੇ ਹੋਏ, ਬਾਬਾ ਵਿਧੀ ਚੰਦ ਤੇ ਕਰੀਮ ਬਖਸ਼, ਨਵਾਬ ਅਬਦੁਲ ਖਾਨ ਦਾ ਪੁੱਤਰ ਹੈ ਕਰੀਮ ਬਖਸ਼, ਜਲੰਧਰ ਦੇ ਸੂਬੇਦਾਰ ਦਾ ਪੁੱਤਰ। ਤੇ ਜਦੋਂ ਆਮੋ ਸਾਹਮਣੇ ਦੋਨੋਂ ਹੋਏ ਨੇ, ਉਸ ਵੇਲੇ ਬਾਬਾ ਵਿਧੀ ਚੰਦ ਨੇ ਕਿਰਪਾਨ ਹੱਥ ਦੇ ਵਿੱਚ ਪ੍ਰਾਪਤ ਕੀਤੀ ਹੈ ਤੇ ਬੜੇ ਜੋਸ਼ ਦੇ ਨਾਲ ਨਜ਼ਦੀਕ ਹੋ ਕੇ ਕਰੀਮ ਬਖਸ਼ ਦੇ ਉੱਤੇ ਵੱਡਾ ਵਾਰ ਕੀਤਾ, ਪੂਰਾ ਜ਼ੋਰ ਲਾ ਕੇ ਤੇ ਦਾ ਲਾ ਕੇ ਕਹਿੰਦੇ ਜਦੋਂ ਵਾਰ ਕੀਤਾ ਕਰੀਮ ਬਖਸ਼ ਦੇ ਜਾ ਕੇ ਧੌਣ ਦੇ ਉੱਤੇ ਵਾਰ ਹੋਇਆ। ਕਿਰਪਾਨ ਵੱਜਣ ਸਾਰ ਕਰੀਮ ਬਖਸ਼ ਦੀ ਜਿਹੜੀ ਧੌਣ ਹੈ ਧੜ ਦੇ ਨਾਲੋਂ ਅਲੱਗ ਹੋ ਗਈ ਹੈ, ਜੁਦਾ ਹੋ ਗਈ, ਕੱਟਿਆ ਗਿਆ ਸੀਸ ਤੇ ਪਾਪੀ ਤੜਫਦਾ ਤੜਫਦਾ ਪ੍ਰਾਣ ਤਿਆਗ ਗਿਆ, ਮਰ ਗਿਆ ਰਣ ਭੂਮੀ ਅੰਦਰ। ਉਸ ਵੇਲੇ ਜਦੋਂ ਪਤਾ ਲੱਗਿਆ ਨਾ ਸੈਨਾ ਨੂੰ ਕਿ ਸਾਡਾ ਜਿਹੜਾ ਸਰਦਾਰ ਮੇਨ ਕਮਾਂਡਰ ਮਰ ਗਿਆ, ਤੇ ਸਰਦਾਰ ਮਰਨ ਤੇ ਉਹਨਾਂ ਨੇ ਬੜਾ ਅਫਸੋਸ ਕੀਤਾ। ਉਹ ਪਿੱਛੇ ਹਟ ਗਏ ਨੇ, ਵਾਪਸ ਮੁੜ ਗਏ ਨੇ। ਤੇ ਉਹਨਾਂ ਨੇ ਆਪਣੇ ਸਰਦਾਰ ਮਰਨ ਦਾ ਅਫਸੋਸ ਜਦੋਂ ਕੀਤਾ, ਵਾਪਸ ਗਏ, ਜਾ ਕੇ ਅਬਦੁਲ ਖਾਨ ਨੂੰ ਇਹ ਖਬਰ ਦਿੱਤੀ ਕਿ ਤੁਹਾਡਾ ਪੁੱਤਰ ਸ਼ਹੀਦੀ ਪ੍ਰਾਪਤ ਕਰ ਗਿਆ, ਪ੍ਰਾਣ ਗਵਾ ਗਿਆ, ਰਣ ਭੂਮੀ ਅੰਦਰ ਜੁਝਦਾ ਹੋਇਆ। ਤੇ ਅਬਦੁਲ ਖਾਨ ਦੇ ਦੋ ਪੁੱਤਰ ਸਨ, ਕਰੀਮ ਬਖਸ਼ ਤੇ ਰਹੀਮ ਬਖਸ਼, ਇਹ ਦੋਨੋਂ ਪੁੱਤਰ ਸਨ, ਇਹ ਵੀ ਜੰਗ ਦੇ ਵਿੱਚ ਆਏ ਨੇ। ਹੁਣ ਕਰੀਮ ਬਖਸ਼ ਕਹਿੰਦੇ ਮਰ ਚੁੱਕਿਆ, ਪ੍ਰਾਣ ਗਵਾ ਚੁੱਕਿਆ, ਰਹੀਮ ਬਖਸ਼ ਰਹਿ ਗਿਆ। ਤੇ ਉਸ ਵੇਲੇ ਅਬਦੁਲ ਖਾਨ ਨੂੰ ਜਦੋਂ ਪਤਾ ਲੱਗਿਆ ਕਿ ਮੇਰਾ ਪੁੱਤਰ ਚੜ੍ਹਾਈ ਕਰ ਗਿਆ,
तो उन्हें बड़ा अफसोस किया। वो अपना जिन्ना भी उहदा हौसला सी वो टुट गया, क्योंकि जिस वेले पता लगे कि जवान पुत्र दी मृत्यु हो गई, संसार विचों चला गया, सਦੀव काल लई विछड़ गया, ते बाद विच कहंदे फिर संसार दे अंदर उस माता पिता दा किद्दां दी मन दी विचार होवेगी, किद्दां दी हिरदे दी पुकार होवेगी, दुख किद्दां दा होवेगा। उस वेले कहंदे अब्दुल खान ने बड़ा दुख मनाया कि मेरा पुत्र नौजवान चंगा भला महाबली योधा सूरमा शहीद हो गया, मर गया। उन्हें बड़ा दुख मनाया, कीते नूं पछताउण लग्या। उस वेले पछताउण लग्या, कहंदे मैं घेरड़ दा पुत्र उहदे कहण ते, रतन चंद दे कहण ते, और उस वक्त चंदू पापी दा पुत्र करमचंद, इन्हां दोनां दे प्रेरित कीते होया मैं कहंदे इत्थे आ गया। 15,000 दी फौज लैके सतगुरु जी नाल टाकरा कर लग्या, पर यह समझ नहीं आई सतगुर दे सिखां ने 15,000 दी फौज दा किवें नुकसान कर दिता, किवें खात्मा कर दिता, ये नहीं पता लग्या। उस वेले कहंदे मैं ते विचार बनाई सी कि 15,000 दी फौज दे नाल सतगुरु जी नूं पकड़ लवांगा, पर यह विचार नहीं बनी, ये मन दी मन विच ही रह गई। उस वेले विचार कर लगा अब्दुल खां, कहंदे बहुत बड़ा घाटा पै गया, आ मेरे सामने मेरा जवान पुत्र मर गया रण भूमि दे विच कट वढ के, अपने सिर नूं पकड़ के बह गया, कीते नूं पछताउण लग्या। ते दिल किद्दां दा होवेगा उस वेले, किद्दां दा दुख दा पहाड़ टुटिया होवेगा। अब्दुल खान दे जवान पुत्र मरिया, ते कहंदे इन्ना दुख प्राप्त कीता, कीते नूं पछताउण लग्या, हुण पछताया बनना भी कुछ नहीं। उस वेले उन्हां दोनां पापियां नूं कौन लग्या, कहंदा पापीओ तुसीं मैनूं प्रेरित करके लैके आए सां, ते कहंदा तुसीं ते कहंदे सतगुरु जी दे कोल कुछ गिणती दे सिख ने, सिख भी इदां दे जिन्हां नूं जंग युद्ध दे दा पेज तक नहीं आउंदे, सिद्धे साधे जे गुरु दे सिख ने। ਉਹ ਕਹਿੰਦਾ ਮੈਂ ਤੇ ਸਤਿਗੁਰ ਦੇ ਪ੍ਰਤੀ ਇਦਾਂ ਦੀ ਵਿਚਾਰ ਲੈ ਕੇ ਆਇਆ, ਬਸ ਜਾਵਾਂਗਾ ਗੁਰੂ ਸਤਿਗੁਰ ਜੀ ਨੂੰ ਥੋੜੀ ਜੀ ਜੁੱਧ ਕਰਕੇ ਪਕੜ ਲਵਾਂਗਾ, ਜੰਗ ਕਰਕੇ ਸਤਿਗੁਰ ਜੀ ਨੂੰ ਬੰਦੀ ਬਣਾ ਕੇ ਸ਼ਾਹਜਹਾਨ ਦੇ ਪੇਸ਼ ਕਰ ਦੇਵਾਂਗਾ, ਗੁਰੂ ਜੀ ਤੋਂ ਬਾਜ ਲੈ ਕੇ ਸ਼ਾਹਜਹਾਨ ਨੂੰ ਦੇ ਦਿਆਂਗਾ, ਤੇ ਸ਼ਾਹਜਹਾਨ ਤੋਂ ਵੱਡੇ ਰੁਤਬੇ ਦੀ ਪ੍ਰਾਪਤੀ ਕਰਾਂਗਾ। ਕਹਿੰਦੇ ਮੇਰੀ ਤੇ 15,000 ਦੀ ਫੌਜ ਦਾ ਇਹਨਾਂ ਨੇ ਘਾਣ ਕਰ ਦਿੱਤਾ, ਵੱਡਾ ਨੁਕਸਾਨ ਕਰ ਦਿੱਤਾ। ਉਸ ਵੇਲੇ ਅਬਦੁਲ ਖਾਨ ਨਾਲ ਦੋਨਾਂ ਨੂੰ ਕਹਿੰਦੇ ਕੌਣ ਲੱਗਿਆ, ਦੋਨਾਂ ਨੂੰ ਆਪਣੇ ਬਚਨਾਂ ਦੇ ਨਾਲ ਸਖਤਾਈ ਦੇ ਨਾਲ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਕਹਿਣ ਲੱਗਿਆ, ਪਾਪੀਓ ਹੁਣ ਤੁਸੀਂ ਚੱਲੋ ਅੱਗੇ, ਚੱਲ ਕੇ ਜੰਗ ਦੇ ਮੈਦਾਨ ਦੇ ਵਿੱਚ ਪ੍ਰਾਪਤੀ ਕਰੋ। ਤੇ ਮਨ ਵਿੱਚ ਵੀ ਵਿਚਾਰ ਕਰਨ ਲੱਗਾ ਅਬਦੁਲ ਖਾਨ, ਕਹਿੰਦਾ ਜੇਕਰ ਸ਼ਾਹਜਹਾਨ ਨੂੰ ਮੇਰੇ ਹਾਰਨ ਦਾ ਪਤਾ ਲੱਗੇਗਾ ਤੇ ਸ਼ਾਹਜਹਾਨ ਮੈਨੂੰ ਵੈਸੀ ਗੱਲਾਂ ਬਾਤਾਂ ਕਹਿ ਕੇ ਮਾਰ ਦੇਵੇਗਾ ਤੇ ਮੈਥੋਂ ਵੱਡੇ ਰੁਤਬੇ ਦੀ ਜਿਹੜੀ ਪ੍ਰਾਪਤੀ ਉਹ ਖੋਹ ਲਵੇਗਾ। ਲੋਕ ਮੇਰਾ ਸਤਿਕਾਰ ਕਰਦੇ ਨੇ, ਜਲੰਧਰ ਦਾ ਨਵਾਬ, ਜਲੰਧਰ ਦਾ ਸੂਬੇਦਾਰ ਕਹਿੰਦੇ ਨੇ, ਸਲਾਮ ਕਰਦੇ ਨੇ ਲੋਕ, ਜਿੱਥੇ ਏਡਾ ਸਤਿਕਾਰ ਕਰਦੇ ਕਹਿੰਦੇ ਉੱਥੇ ਲੋਕਾਂ ਨੇ ਮੇਰਾ ਮਜ਼ਾਕ ਉਡਾਉਣਾ, ਮੈਨੂੰ ਤੇ ਵੈਸੀ ਗੱਲਾਂ ਕਹਿ ਕੇ ਮਾਰ ਦੇਣਾ। ਇਹ ਅਬਦੁਲ ਖਾਨ ਨੇ ਇਦਾਂ ਦੀ ਵਿਚਾਰ ਬਣਾਈ, ਮਨ ਦੇ ਵਿੱਚ ਇਦਾਂ ਦੀ ਸੋਚ ਰੱਖਣ ਲੱਗਿਆ। ਕਹਿੰਦਾ ਇਦਾਂ ਦੀ ਲੋਕਾਂ ਦੇ ਤਾਨੇ ਮਿਹਣੇ ਸੁਣ ਸੁਣ ਕੇ ਪ੍ਰਾਪਤ ਕਰਕੇ ਜਿਉਣ ਨਾਲੋਂ ਤੇ ਚੰਗਾ ਮਾਰੀ ਜਾਵਾਂ। ਜੇ ਪ੍ਰਾਣ ਤਿਆਗ ਦੇਵਾਂ ਜੰਗ ਮੈਦਾਨ ਦੇ ਵਿੱਚ, ਲੋਕ ਕਹਿਣਗੇ ਮਰ ਗਿਆ, ਲੜ ਕੇ ਮਰਿਆ, ਤੇ ਯਾਦ ਕਰਨਗੇ। ਜੇ ਇਦਾਂ ਹੀ ਚਲਾ ਗਿਆ, ਲੋਕਾਂ ਨੇ ਤਾਨੇ ਮਾਰਨੇ ਆ, ਮਿਹਣੇ ਮਾਰਨੇ ਆ ਕਿ ਅਬਦੁਲ ਖਾਨ
ਨਵਾਬ ਜਲੰਧਰ ਦਾ ਸੂਬੇਦਾਰ, ਜੋ ਕਿ ਵੱਡੇ ਰੁਤਬੇ ਦੀ ਪ੍ਰਾਪਤੀ ਕੀਤੀ ਹੈ ਨੇ। ਰੁਤਬਾ ਵੱਡਾ ਤੇ ਕਰਮ ਕਹਿੰਦੇ ਛੋਟੇ ਨੇ, ਇਦਾਂ ਲੋਕਾਂ ਗੱਲਾਂ ਕਹਿਣੀਆਂ। ਉਸ ਵੇਲੇ ਅਬਦੁਲ ਖਾਨ ਨੇ ਵਿਚਾਰ ਬਣਾਈ ਕਿ ਸਤਿਗੁਰੂ ਜੀ ਦੇ ਨਾਲ ਹੁਣ ਜੰਗ ਮੈਦਾਨ ਦੇ ਵਿੱਚ ਜਾਂ ਤੇ ਲੜ ਕੇ ਸਤਿਗੁਰੂ ਜੀ ਨੂੰ ਬੰਦੀ ਬਣਾ ਲਵਾਂਗਾ ਜਾਂ ਫਿਰ ਆਪ ਮਰ ਜਾਵਾਂਗਾ। ਦੋਨੋਂ ਵਿਚਾਰ ਕੀਤੀ। ਹੁਣ ਤੇ ਲੜੋ ਜਾਂ ਮਰੋ ਵਾਲੀ ਵਿਚਾਰ ਬਣਾ ਲਈ। ਅਬਦੁਲ ਖਾਨ ਨੇ ਕਹਿੰਦੇ ਉਹਨਾਂ ਨੂੰ, ਰਤਨ ਚੰਦ ਤੇ ਕਰਮ ਚੰਦ ਦੋਨਾਂ ਨੂੰ ਕੋਲ ਬੁਲਾਇਆ, ਨਾਲ ਲੈ ਕੇ ਚੱਲਿਆ। ਤੇ ਇਧਰੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਅਬਦੁਲ ਖਾਨ ਵੱਡੇ ਪੱਧਰ ਤੇ ਚੜ੍ਹਾਈ ਕਰਕੇ ਆ ਰਿਹਾ। ਭਾਈ ਵਿਧੀ ਚੰਦ ਨੇ ਜਾ ਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਕਿਰਪਾਲੂ ਦਿਆਲੂ ਸਤਿਗੁਰੂ ਜੀ ਨੂੰ ਜਾ ਕੇ ਖਬਰ ਪਹੁੰਚਾ ਦਿੱਤੀ। ਸਤਿਗੁਰੂ ਜੀ, ਅਬਦੁਲ ਖਾਨ ਪਾਪੀ ਕਹਿੰਦੇ ਚੜ੍ਹਾਈ ਕਰਕੇ ਆ ਰਿਹਾ, ਉਹ ਤੁਹਾਡੇ ਤੋਂ ਜਿੱਤ ਪ੍ਰਾਪਤ ਕਰਨ ਦੀ ਵਿਚਾਰ ਕਰ ਰਿਹਾ, ਪਰ ਉਹਦੀ ਮਨ ਦੇ ਮਨ ਵਿੱਚ ਹੀ ਰਹਿ ਜਾਣੀ, ਜਿੱਤ ਪ੍ਰਾਪਤ ਨਹੀਂ ਹੋਣੀ। ਉਸ ਵੇਲੇ ਸਤਿਗੁਰੂ ਜੀ ਨੂੰ ਜਾ ਕੇ ਜਦੋਂ ਦਿੱਤਾ ਨਾ ਸੁਨੇਹਾ, ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਉਸੇ ਵਕਤ ਤਿਆਰੀ ਕੀਤੀ। ਆਪ ਤਿਆਰੀ ਕੀਤੀ, ਭੱਥਾ ਤੀਰਾਂ ਦਾ ਭਰ ਲਿਆ, ਕਮਾਨ ਪ੍ਰਾਪਤ ਕਰ ਲਈ। ਸਤਿਗੁਰੂ ਜੀ ਨੇ ਘੋੜੇ ਤੇ ਸਵਾਰੀ ਕੀਤੀ ਆ। ਉਸ ਵੇਲੇ ਵਿਚਾਰ ਕੀਤੀ, ਕਹਿੰਦੇ ਅਬਦੁਲ ਖਾਨ ਹੁਣ ਜਦੋਂ ਮਾਰਿਆ ਜਾਵੇਗਾ ਜੰਗ ਦੀ ਫਤਿਹ ਪ੍ਰਾਪਤ ਹੋਵੇਗੀ। ਇਹ ਵਿਚਾਰ ਕਰਨ ਲੱਗੇ। ਤੇ ਹੁਣ ਇਧਰੋਂ ਅਬਦੁਲ ਖਾਨ ਆਪਣੇ ਜਵਾਨ ਪੁੱਤਰ ਦੇ ਮਰਨ ਦੇ ਅਫਸੋਸ ਦੇ ਵਿੱਚ ਗਮਗੀਨ ਹੋ ਗਿਆ। ਸੁੱਧ ਬੁੱਧ ਨਹੀਂ ਰਹੀ, ਇਹ ਮਨ ਵਿੱਚ ਵਿਚਾਰ ਨਹੀਂ ਰਹੀ ਕਿ ਸਤਿਗੁਰੂ ਦੇ ਸਨਮੁਖ ਜਾ ਕੇ ਬੇਨਤੀ ਕਰਾਂ, ਚਰਨਾਂ ਦੇ ਵਿੱਚ ਬੇਨਤੀ ਕਰਕੇ ਸਤਿਗੁਰੂ ਜੀ ਤੋਂ ਖਿਮਾ ਮੰਗ ਲਵਾਂ, ਕੀ ਪਤਾ ਪਾਰ ਉਤਾਰਾ ਹੋ ਜੇ, ਸਤਿਗੁਰੂ ਜੀ ਤੋਂ ਭੁੱਲ ਮੰਗ ਲਵਾਂ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਮਨੁੱਖ ਦੇ ਜੀਵਨ ਦੇ ਅੰਦਰ ਤਿੰਨ ਪ੍ਰਕਾਰ ਦੇ ਭੱਬੇ ਸ਼ਬਦ ਪ੍ਰਵੇਸ਼ ਹੋ ਜਾਣਾ ਤੇ ਜ਼ਿੰਦਗੀ ਮਨੁੱਖ ਦੀ ਜਿਹੜੀ ਹੈ ਉਹ ਸਵਰਗ ਬਣ ਜਾਂਦੀ ਹੈ। ਭਾਵ ਕਹਿੰਦੇ ਫਿਰ ਸੁੱਖਾਂ ਦੀ ਖਾਣ ਬਣ ਜਾਂਦੀ ਹੈ। ਫਿਰ ਮਨ ਦੇ ਵਿੱਚ ਕਿਸੇ ਪ੍ਰਤੀ ਵੈਰ ਵਿਰੋਧ ਈਰਖਾ ਨਿੰਦਿਆ ਚੁਗਲੀ ਵਾਲੀ ਵਿਚਾਰ ਨਹੀਂ ਰਹਿੰਦੀ। ਵਿਦਵਾਨ ਲੋਕ ਵੀ ਦੱਸਦੇ ਨੇ, ਕਹਿੰਦੇ ਤਿੰਨ ਪ੍ਰਕਾਰ ਦੇ ਭੱਬੇ ਸ਼ਬਦ ਪ੍ਰਵੇਸ਼ ਕਰ ਲਈਏ ਜ਼ਿੰਦਗੀ ਅੰਦਰ, ਕਿਸੇ ਪ੍ਰਕਾਰ ਕੋਈ ਦੁੱਖ ਤਕਲੀਫ ਨਹੀਂ ਵਿਆਪਦੀ। ਉਹ ਭੱਬੇ ਸ਼ਬਦ ਕਿਹੜੇ ਨੇ? ਸਤਿਗੁਰੂ ਜੀ ਕਹਿੰਦੇ ਪਹਿਲਾ ਭੱਬਾ ਸ਼ਬਦ ਹੈ ਭੁੱਲ। ਕੋਈ ਕਰਮ ਹੋ ਗਿਆ ਤੇ ਭੁੱਲ ਮੰਗ ਲੈਣੀ ਚਾਹੀਦੀ ਹੈ, ਸ਼ਰਮ ਨਹੀਂ ਕਰਨੀ ਚਾਹੀਦੀ, ਭੁੱਲ ਮੰਗਦੇ ਆ। ਕਿਉਂਕਿ ਗੁਰਬਾਣੀ ਵੀ ਕਹਿੰਦੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਨਸਾਨ ਭੁੱਲਣਹਾਰ ਜਾਣੇ ਅਣਜਾਣੇ ਵਿੱਚ ਮਨੁੱਖ ਤੋਂ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਮਿਸਟੇਕ ਜ਼ਿੰਦਗੀ ਅੰਦਰ ਹੁੰਦੀ ਰਹਿੰਦੀ ਆ, ਚੱਲਦੇ ਜੀਵਨ ਅੰਦਰ। ਸਤਿਗੁਰੂ ਜੀ ਕਹਿੰਦੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਨਸਾਨ ਭੁੱਲਣਹਾਰ ਹੈ, ਭੁੱਲ ਮੰਗ ਲੈਣੀ ਚਾਹੀਦੀ, ਕੋਈ ਕਰਮ ਹੋ ਗਿਆ। ਦੂਜਾ ਭੱਬਾ ਸ਼ਬਦ ਹੈ ਭਲਾ। ਹਰੇਕ ਦਾ ਭਲਾ ਸੋਚਣਾ ਚਾਹੀਦਾ। ਜੇ ਹਰੇਕ ਦਾ ਭਲਾ ਸੋਚੇਗਾ ਤੇ ਹਰੇਕ ਦੇ ਭਲੇ ਵਿੱਚ ਤੇਰਾ ਵੀ ਭਲਾ ਹੋਵੇਗਾ। ਜਿਵੇਂ ਕਹੀਦਾ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਕਹਿੰਦੇ ਭਲਾ ਕਾਇਨਾਤ ਦਾ ਮੰਗੇਗਾ ਤੇ ਕਾਇਨਾਤ ਵਿੱਚ ਵੀ ਭਲਿਆ ਤੂੰ ਵੀ ਹੈ, ਤੇਰਾ ਵੀ ਭਲਾ ਹੋਵੇਗਾ। ਆਮ ਤੌਰ ਤੇ ਕਹਿ ਦਿੰਦੇ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਕਹਿੰਦੇ ਅੰਤ ਭਲਾ ਹੀ ਹੁੰਦਾ ਫਿਰ ਇਦਾਂ ਦੇ ਇਨਸਾਨ ਦਾ ਜਿਹੜਾ ਭਲਾ ਲੋਚਦਾ। ਤੇ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਬੁਰਾ ਲੋਚਦਾ, ਬੁਰੇ ਦਾ ਨਤੀਜਾ ਫਿਰ ਬੁਰਾ ਹੀ ਪ੍ਰਾਪਤ ਹੁੰਦਾ। ਸਤਿਗੁਰੂ ਜੀ ਕਹਿੰਦੇ ਜੈਸਾ ਬੀਜੈ ਸੋ ਲਾਉਣਾ, ਕਰਮਾ ਸੰਧੜਾ ਖੇਤ। ਖੇਤ ਰੂਪੀ ਸਰੀਰ ਦੇ ਅੰਦਰ, ਸਰੀਰ ਰੂਪੀ ਖੇਤ ਅੰਦਰ ਜਿੱਦਾਂ ਦਾ ਬੀਜ ਬੋਵਾਂਗੇ ਉਦਾਂ ਦਾ ਫਲ ਪ੍ਰਾਪਤ ਕਰਾਂਗੇ। ਸਤਿਗੁਰੂ ਜੀ ਕਹਿੰਦੇ ਇਹ ਨਹੀਂ
ਕਿ ਮੰਦ ਕਰਮ ਬੀਜਿਆ ਤੇ ਚੰਗੇ ਕਰਮ ਦੀ ਪ੍ਰਾਪਤੀ ਕਰੇ ਨਹੀਂ ਹੋ ਸਕਦਾ। ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ ਕਹਿੰਦੇ ਬਿਖ ਜ਼ਹਿਰ ਬੀਜ ਕੇ ਅੰਮ੍ਰਿਤ ਮੰਗਦਾ, ਕਹਿੰਦੇ ਕਿਵੇਂ ਹੋ ਸਕਦਾ? ਭਾਵ ਨਹੀਂ, ਇਹ ਤੇ ਸੰਸਾਰ ਵਿੱਚ ਪ੍ਰਮਾਤਮਾ ਵਾਹਿਗੁਰੂ ਦਾ ਦਸਤੂਰ ਹੈ। ਜਿੱਦਾਂ ਦਾ ਬੀਜ ਬੀਜਾਂਗੇ ਉਦਾਂ ਦਾ ਪ੍ਰਾਪਤ ਕਰਾਂਗੇ, ਫਲ ਪ੍ਰਾਪਤ ਹੋਵੇਗਾ। ਗੁਰਬਾਣੀ ਕਹਿੰਦੀ ਜੇਕਰ ਭਾਈ ਮੱਕੀ ਬੀਜੀ ਤੇ ਮੱਕੀ ਦਾ ਫਲ ਮੱਕੀ ਪ੍ਰਾਪਤ ਹੋਵੇਗਾ, ਕਣਕ ਬੀਜੀ ਕਣਕ ਦਾ ਫਲ ਪ੍ਰਾਪਤ ਹੋਵੇਗਾ ਕਣਕ। ਇਹ ਨਹੀਂ ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਉ ਕਹਿੰਦੇ ਕਣਕ ਬੀਜ ਕੇ ਮੱਕੀ ਦਾ ਫਲ ਭਾਲੇ ਤੇ ਮੱਕੀ ਬੀਜ ਕੇ ਬਦਾਮਾਂ ਨੂੰ ਭਾਲੇ, ਇਹ ਕਦੇ ਨਹੀਂ ਹੋ ਸਕਦਾ। ਹੁਣ ਜੇ ਚੰਗੇ ਕਰਮ ਕੀਤੇ ਭਲਾ ਲੋਚਿਆ ਤੇ ਭਲੇ ਦਾ ਫਲ ਭਲਾ ਹੀ ਪ੍ਰਾਪਤ ਹੋਵੇਗਾ। ਮੰਦੇ ਕਰਮ ਕੀਤੇ ਕਿਸੇ ਦੇ ਵਿਚਾਰ ਮੰਦ ਤਕਾਈ ਹੈ ਤੇ ਮੰਦੇ ਦਾ ਫਲ ਮੰਦਾ ਹੀ ਪ੍ਰਾਪਤ ਹੋਵੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦੂਜਾ ਭਲਾ ਸ਼ਬਦ ਮੰਗਣਾ ਚਾਹੀਦਾ, ਹਰੇਕ ਦਾ ਭਲਾ ਲੋਚਣਾ ਚਾਹੀਦਾ। ਤੀਜਾ ਸ਼ਬਦ ਹੈ ਪੱਬਾ ਭਾਣਾ, ਸਤਿਗੁਰ ਦੇ ਭਾਣੇ ਵਿੱਚ ਰਹਿਣਾ ਚਾਹੀਦਾ। ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਸਤਿਗੁਰ ਜੀ ਜੋ ਕੁਝ ਹੈ ਤੇਰੀ ਵਿਚਾਰ ਹੈ, ਇਹ ਮੇਰੇ ਕਰਮਾਂ ਦਾ ਮੇਰੇ ਪੱਲੇ ਪਿਆ। ਭਾਵੇਂ ਦੁੱਖ ਮਿਲਿਆ ਭਾਵੇਂ ਸੁੱਖ ਮਿਲਿਆ ਤਾਂ ਵੀ ਮੇਰਾ ਏ, ਜੇ ਸੁੱਖ ਮਿਲਿਆ ਤਾਂ ਵੀ ਮੇਰਾ ਏ। ਸਤਿਗੁਰੂ ਜੀ ਇਦਾਂ ਦੀ ਵਿਚਾਰ ਕਰਕੇ ਭਲੇ ਇਸ ਵਕਤ ਭਾਣੇ ਨੂੰ ਮੰਨ ਕੇ ਭਾਣੇ ਵਿੱਚ ਚੱਲੇ। ਤੇ ਭਾਣੇ ਮੰਨਣ ਵਾਲੇ ਗੁਰਮੁਖ ਦਾ ਕਦਾਚਿਤ ਵੀ ਸੰਸਾਰ ਦੇ ਵਿੱਚ ਮਨ ਡੋਲਦਾ ਨਹੀਂ, ਮਨ ਥੜਕਦਾ ਨਹੀਂ। ਫਿਰ ਸਤਿਗੁਰ ਦੇ ਦਰਸਾਏ ਮਾਰਗ ਤੇ ਮਨ ਤੁਰਿਆ ਰਹਿੰਦਾ, ਚੱਲਦਾ ਰਹਿੰਦਾ। ਹੁਣੇ ਤਿੰਨ ਪ੍ਰਕਾਰ ਦੇ ਭਲੇ ਸ਼ਬਦ ਜ਼ਿੰਦਗੀ ਵਿੱਚ ਜੇ ਪ੍ਰਵੇਸ਼ ਕਰ ਲਈਏ ਤੇ ਕਦਾਚਿਤ ਵੀ ਜ਼ਿੰਦਗੀ ਵਿੱਚ ਦੁੱਖ ਪ੍ਰਾਪਤ ਨਹੀਂ ਹੋਣਗੇ, ਸੁੱਖ ਹੀ ਸੁੱਖ ਹੈ ਫਿਰ ਤਾਂ ਤੇ ਰਹੋ ਵਿਚਾਰ। ਹੁਣ ਕਹਿੰਦੇ ਅਬਦੁਲ ਖਾਨ ਦਾ ਪੁੱਤਰ ਕਰੀਮ ਬਖਸ਼ ਨੌਜਵਾਨ ਮਰ ਗਿਆ, ਉਹਨੂੰ ਫੇਰ ਵੀ ਸੋਚ ਨਹੀਂ ਆਈ ਕਿ ਸਤਿਗੁਰੂ ਜੀ ਤੋਂ ਭੁੱਲ ਮੰਗ ਲਾਂ, ਅੱਗੇ ਜੀਵਨ ਦੇ ਵਿੱਚ ਸੁਧਾਰ ਹੋ ਜਾਵੇਗਾ, ਸਤਿਗੁਰੂ ਜੀ ਕਿਰਪਾ ਕਰ ਦੇਵਣਗੇ। ਅਜੇ ਵੀ ਸਤਿਗੁਰ ਦੀ ਲੀਲਾ ਨੂੰ ਜਾਣ ਨਹੀਂ ਸਕਿਆ। 15,000 ਦੀ ਫੌਜ ਮਿੱਟੀ ਵਿੱਚ ਮਿਲਾ ਦਿੱਤੀ ਸਤਿਗੁਰ ਦੇ ਸਿੱਖਾਂ ਨੇ, ਅਜੇ ਵੀ ਨਹੀਂ ਸਮਝਿਆ। ਤੇ ਜੇ ਸਮਾਂ ਰਹਿੰਦੇ ਕੋਈ ਸਮਝ ਜਾਵੇ ਤੇ ਸਮਝ ਜਾਵੇ, ਜੋ ਸਮਾਂ ਬੀਤ ਗਿਆ ਫਿਰ ਸਮਝਣ ਦਾ ਕੋਈ ਫਾਇਦਾ ਨਹੀਂ, ਫਿਰ ਤੇ ਪਛਤਾਵਾ ਪੱਲੇ ਰਹਿ ਜਾਂਦਾ। ਕਿਉਂਕਿ ਸੰਸਾਰ ਦੇ ਵਿੱਚ ਕੋਈ ਵੀ ਕਰਮਾਂ ਦੀ ਕਿਤੇ ਨਾ ਕਿਤੇ ਜਾ ਕੇ ਕੋਈ ਹੱਦ ਹੈ, ਕਿਤੇ ਨਾ ਕਿਤੇ ਜਾ ਕੇ ਉਹਦੀ ਕੋਈ ਮਰਿਆਦਾ ਦਸਤੂਰ ਹੈ ਉਹਦਾ। ਤੇ ਸਤਿਗੁਰੂ ਜੀ ਕਹਿੰਦੇ ਜੇ ਉਹ ਮਰਿਆਦਾ ਤੋਂ ਕਾਰਜ ਬਾਹਰ ਹੋ ਜੇ ਤੇ ਅੰਤ ਵੇਲੇ ਫਿਰ ਪਛਤਾਵਾ ਪੱਲੇ ਰਹਿ ਜਾਂਦਾ, ਪਛਤਾਉਣ ਤੇ ਬਣਦਾ ਵੀ ਕੁਝ ਨਹੀਂ। ਇਹ ਪਾਪੀ ਨੇ ਕਹਿੰਦੇ ਸਤਿਗੁਰ ਤੋਂ ਮਾਫੀ ਮੰਗਣ ਦੀ ਬਜਾਏ ਚੜ੍ਹਾਈ ਕਰਨਾ ਪਸੰਦ ਕੀਤਾ। ਕਹਿੰਦੇ ਜੂਝਾਂਗਾ ਸਤਿਗੁਰ ਜੀ ਨੂੰ ਬੰਦੀ ਬਣਾ ਕੇ ਛਾਹ ਜਹਾਨ ਦੇ ਪੇਸ਼ ਕਰਾਂਗਾ, ਇਹ ਮਨ ਵਿੱਚ ਵਿਚਾਰ ਕਰਨ ਲੱਗਿਆ। ਉਸ ਵੇਲੇ ਚੜ੍ਹਾਈ ਕੀਤੀ, ਇਧਰੋਂ ਸਤਿਗੁਰੂ ਜੀ ਨੇ ਵੀ ਤਿਆਰੀ ਕਰ ਲਈ। ਹੁਣ ਪਾਪੀ ਨੂੰ ਸਤਿਗੁਰੂ ਜੀ ਕਹਿੰਦੇ ਮੌਤ ਦੇ ਘਾਟ ਉਤਾਰ ਦੇਵਾਂਗੇ, ਵੱਡੀ ਫਤਿਹ ਜਿੱਤ ਪ੍ਰਾਪਤ ਕਰਾਂਗੇ, ਇਹ ਵਿਚਾਰ ਕੀਤੀ ਗੁਰੂ ਸਤਿਗੁਰੂ ਜੀ ਨੇ। ਹੁਣ ਉਧਰੋਂ ਕਰੀਮ ਬਖਸ਼ ਦੇ ਮਰਨ ਦੇ ਪਛਤਾਵ ਦੇ ਵਿੱਚ ਅਬਦੁਲ ਖਾਂ ਆ ਰਿਹਾ, ਜਲੰਧਰ ਦਾ ਸੂਬੇਦਾਰ, ਚੜ੍ਹਾਈ ਕਰਕੇ। ਇਧਰੋਂ ਸਤਿਗੁਰੂ ਜੀ ਆਪਣੇ ਸਿੱਖਾਂ ਨਾਲ ਤਿਆਰੀ ਕਰਕੇ ਜਾ ਰਹੇ ਆ। ਅੱਗੇ ਕਿਵੇਂ ਵਿਚਾਰ ਹੁੰਦੀ, ਕਿਵੇਂ ਕਰਕੇ ਜੰਗ ਮੈਦਾਨ ਦੇ ਵਿੱਚ ਵੱਡਾ ਘਮਸਾਨ ਯੁੱਧ ਮੱਚਦਾ ਏ, ਕਿਵੇਂ ਕਰਕੇ ਸਤਿਗੁਰੂ ਜੀ ਫਤਿਹ ਪ੍ਰਾਪਤ ਕਰਦੇ, ਸਿੱਖਾਂ ਨੂੰ ਸਰਦਾਰੀਆਂ ਪ੍ਰਦਾਨ ਕਰਦੇ ਹੋ, ਰਹਿੰਦੀ ਵਿਚਾਰ ਆਪਾਂ ਅੱਗੇ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਪਿਆਰਿਓ। ਗੁਰੂ ਚਰਨਾਂ ਵਿੱਚ ਵਿਚਾਰ ਕਰਦੇ ਆ, ਕਥਾ ਕਰਦੇ ਆ, ਅਨੇਕ ਪ੍ਰਕਾਰ ਦੀਆਂ तमाम ਗਲਤੀਆਂ ਖਰਬਾਦਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ ਕਰਨਗੇ, ਦੁਸਮਤ ਬਖਸ਼ਣ। ਬਾਣੀ ਪੜਨ ਸੁਣਨ ਦੀ, ਕਥਾ ਵਿਚਾਰ ਕਰਨ ਦੀ ਸਤਿਗੁਰੂ ਜੀ ਬਲ ਬੁੱਧੀ ਸਮਰੱਥਾ ਬਖਸ਼ਣ। ਆਪ ਸੰਗਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣ, ਆਪ ਸੰਗਤ ਨੂੰ ਸਤਿਗੁਰੂ ਜੀ ਦਰ ਕਰ ਦੇ ਨਾਲ ਜੋੜਨ। ਐਸੀ ਕਿਰਪਾ ਰਹਿਮਤ ਸਤਿਗੁਰੂ ਜੀ ਸਭ ਤੇ ਵਰਤਾ ਦੇਣ। ਆਓ ਗੁਰੂ ਚਰਨਾਂ ਦੇ ਵਿੱਚ ਸ਼ਲੋਕ ਪੜ੍ਹ ਕੇ ਉਪਰੰਤ ਅਰਦਾਸ ਜੋਦੜੀ ਬੇਨਤੀ ਵਿੱਚ ਸ਼ਾਮਲ ਹੋਈਏ।
ਅੱਜ ਦਾ ਦਿਨ ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਮ ਪਾਤਸ਼ਾਹ ਸਤਿਗੁਰੂ ਜੀ ਦਾ ਸ਼ਹੀਦੀ ਦਿਹਾੜਾ ਏ। ਆਪ ਸੰਗਤਾਂ ਨਾਮ ਜਪਦੇ ਜਪਾਉਂਦੇ ਸਿਮਰਨ ਕਰਦੇ ਇਹ ਸ਼ਹੀਦੀ ਦਿਹਾੜੇ ਦੇ ਵਿੱਚ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਾਨ ਕੋਟ ਨਮਸਕਾਰ ਧੰਨਵਾਦ ਕਰਦੇ ਆ। ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ। ਜਨਮ ਜੀਵਨ ਸਫਲਾ ਕਰੀਏ। ਆਓ ਆਪਣੇ ਗੁਰੂ ਘਰ ਵਿਖੇ ਵੀ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਇਸ ਸੰਬੰਧ ਵਿੱਚ ਆਰੰਭ ਹੋਣੇ ਨੇ, ਜਿਨ੍ਹਾਂ ਦੇ ਪਰਸੋਂ ਨੂੰ 5 ਤਰੀਕ ਨੂੰ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਕਥਾ ਦੇ ਖੁੱਲੇ ਪੰਡਾਲ ਦੀਵਾਨ ਸਜਣਗੇ। ਉਪਰੰਤ ਗੁਰੂ ਕੇ ਲੰਗਰ ਛਬੀਲ ਵਰਤਾਈ ਜਾਵੇਗੀ ਤੇ ਆਪ ਸੰਗਤਾਂ ਨੇ ਜਿਨ੍ਹਾਂ ਨੇ ਕੋਈ ਰਸਤਾ ਬਸਤਾ ਗੁਰੂ ਘਰ ਵਿਖੇ ਭੇਜਣੀਆਂ ਭੇਜ ਸਕਦੇ ਹੋ। ਕਿਸੇ ਪ੍ਰਕਾਰ ਕੋਈ ਸੇਵਾ ਕਰਨੀ ਕਰ ਸਕਦੇ ਹੋ। ਆਓ ਗੁਰੂ ਚਰਨਾਂ ਵਿੱਚ ਸ਼ਲੋਕ ਪੜ੍ਹ ਕੇ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰ